ਤੇ ਉਹ ਪ੍ਰੈਸ਼ਰ ਗੇਮ ਆ ਹੁਣ ਵੀ ਸਰਕਾਰ ਹਿਲਦੀ ਆ ਕਿ ਅਸੀਂ ਹਿਲਦੇ ਆ, ਹੂ ਬਲਿੰਕਸ ਫਰਸਟ। ਪਰ ਅਸੀਂ ਪਿੱਛੇ ਹਟ ਗਏ, ਕਿਸਾਨ ਜਥੇਬੰਦੀਆਂ ਪਿੱਛੇ ਹਟ ਗਈਆਂ, ਕਹਿੰਦੀਆਂ ਚਲਾਓ ਜੀ ਟ੍ਰੇਨਾਂ, ਯੂਰੀਆ ਚਾਹੀਦਾ ਲੋਕਾਂ ਨੂੰ। ਫਿਰ ਜੇ ਅਸੀਂ ਦਿੱਲੀ ਤੇ ਆਪਦੀ ਨਿਰਭਰਤਾ ਰੱਖ ਕੇ ਸੰਘਰਸ਼ ਲੜਾਂਗੇ ਫਿਰ ਕਿੱਥੋਂ ਲੜ ਲਾਂਗੇ? ਦਿੱਲੀ ਨਾਲ ਤਾਂ ਅਸੀਂ ਲੜਾਈ ਲੜੀ ਜਾਂਦੇ ਆ, ਉਹਨਾਂ ਨਾਲ ਤਾਂ ਸਾਡੀ ਦੁਸ਼ਮਣੀ ਆ, ਤੇ ਦਿੱਲੀ ਤੇ ਨਿਰਭਰਤਾ ਉਹਨਾਂ ਦੇ ਮੋਢਿਆਂ ਤੇ ਚੜ ਕੇ ਸੰਘਰਸ਼ ਲੜਾਂਗੇ ਅਸੀਂ। ਔਰ ਬਾਬਾ ਦੀਪ ਸਿੰਘ ਵਾਲੀ ਜਿਹੜੀ ਲਕੀਰ ਖਿੱਚੀ ਗਈ ਖੰਡੇ ਨਾਲ, ਹੁਣ ਤੁਸੀਂ ਵੇਖ ਲਓ ਟੱਪਣੀ ਆ ਕਿ ਨਹੀਂ ਟੱਪਣੀ। ਉਹ ਲੀਡਰਸ਼ਿਪ ਪੈਦਾ ਹੁੰਦੀ ਆ ਸੋਸ਼ਲ ਮੀਡੀਆ ਤੋਂ। ਇੱਕ ਅੱਧਾ ਬੰਦਾ ਫੇਸਬੁੱਕ ਤੇ ਬੋਲਣ ਲੱਗ ਜਾਂਦਾ, ਉਧਰ ਨੂੰ ਹੀ ਹੋ ਜਾਂਦੇ ਆ ਪਤੰਦਰ ਵੀ ਯਾਰ ਆਹ ਬੰਦਾ ਬੜਾ ਕਾਇਮ ਆ। ਇਹ ਸਾਨੂੰ ਵੀ ਆਪਦੇ ਵਾਂਗੂ ਸੋਚ ਲੈਂਦੇ ਆ ਵੀ ਇਹ ਉਵੇਂ ਹੀ ਆ ਜਿਵੇਂ ਅਸੀਂ ਲੜਾਂਗੇ, ਜਿਵੇਂ ਦਿੱਲੀ 'ਚ ਬਹਿ ਕੇ ਇਹ ਆਪਦੀ ਸੋਚ ਅਨੁਸਾਰ ਇੱਥੇ ਹੀ ਮਾਤ ਖਾ ਜਾਂਦੇ ਆ। ਸੰਘਰਸ਼ ਤੋਂ ਬਿਨਾਂ ਜੇ ਸਾਡਾ ਭਲਾ ਹੋ ਜੇ ਤਾਂ ਨਹੀਂ ਹੋ ਸਕਦਾ। ਤੁਹਾਨੂੰ ਲੱਗਦਾ ਬਿਨਾਂ ਕੁਰਬਾਨੀਆਂ ਤੋਂ, ਬਿਨਾਂ ਔਖੇ ਹੋਏ ਜ਼ਮੀਨਾਂ ਬਚ ਜਾਣੀਆਂ? ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਮਨ 'ਚ ਜਿਹੜੀ ਗੱਲ ਚੱਲ ਰਹੀ ਸੀ, ਹੁਣੇ ਬੈਠੇ 10ਵੇਂ ਪਾਤਸ਼ਾਹ ਦੀ ਗੱਲ ਚੱਲ ਰਹੀ ਸੀ। ਜਦੋਂ 10ਵੇਂ ਪਾਤਸ਼ਾਹ ਨੇ ਵਾਕ ਉਚਾਰਿਆ ਸੀ, ਜਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ। ਸੋ ਅਸੀਂ ਉਸੇ ਉਹਨਾਂ ਦੇ ਉਚਾਰੇ ਹੋਏ ਵਾਕ ਤੋਂ ਅੱਜ ਜਦੋਂ ਸਾਡੇ ਸੱਟ ਵੱਜੀ ਆ, ਅਸੀਂ ਤਾਂ ਹੀ ਇਕੱਠੇ ਹੋਏ ਆ, ਤਾਂ ਹੀ ਸੰਘਰਸ਼ ਵਿੱਢਿਆ। ਇੱਕ ਮੁਸਲਮਾਨ ਕਵੀ ਸੀ ਅੱਲਾ ਯਾਰ ਖਾਂ ਯੋਗੀ, ਉਹਨਾਂ ਨੇ ਲਿਖਿਆ, करतार की सौगंध है, नानक की कसम है, जितनी भी तारीफ करूं गुरु गोविंद की कम है। हर चंद मेरे हाथ में पुरजोर कलम है, सतगुरु के लिखूं वसब कहां ताबे रकम है। उस सतगुर दे भी मेरे हाथ च एडी वड्डी कलम आ ते कलम दा मैं धनी आ, पर उस सतगुर दे मैं वसब लिखदा, उन्हां दे बारे कुछ लफ्ज लिखदा, ਇਹ ਮੇਰੇ ਵਾਸਤੇ ਪੋਸੀਬਲ ਨਹੀਂ ਹੈ। ਉਹਨਾਂ ਲਈ ਉਹਨੇ ਇਹ ਗੱਲ ਮੰਨੀ ਵੀ ਉਹ ਸ਼ਖਸੀਅਤ ਬਾਰੇ ਕੁਝ ਮੈਂ ਲਿਖ ਸਕਾਂ ਜਾਂ ਦੱਸ ਸਕਾਂ, ਇਹ ਮੇਰੇ ਤੋਂ ਵੀ ਪਰਾਂ ਦੀ ਗੱਲ ਆ। ਤੇ ਅਸੀਂ ਉਸ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਉਹਨਾਂ ਦੇ ਪੁੱਤਰ ਹਾਂ। ਇਹ ਗੱਲ ਅਸੀਂ ਵਸਾਰਤੀ ਆ ਅੰਦਰੋਂ ਕਿਤੇ, ਇਹ ਗੱਲਾਂ ਹੀ ਰਹਿ ਗਈਆਂ। ਇਹ ਗੱਲ ਕਿਉਂ ਕਰ ਰਹੇ ਹਾਂ ਆਪਾਂ? ਇੱਥੇ ਆਉਣੇ ਆ, ਗੁਰੂ ਤੋਂ ਬੇਮੁਖ ਹੋਏ ਬੈਠੇ ਆ ਸਾਰੇ ਹੀ, ਵਿੱਚੇ ਮੈਂ। ਇਸੇ ਕਰਕੇ ਸਾਡੇ ਅੰਦਰ ਜਿਹੜੇ ਸਮਝੌਤੇ, ਡਰ, ਸੋਧਾਂ, ਰਿਆਇਤਾਂ, ਜਾਂ ਯਾਰ ਗੱਲ ਨੂੰ ਵਿਚਾਰ ਕੇ ਜੇ ਕਰੋ, ਕੋਈ ਵਿੱਚ ਆਏ ਨਾ ਹੋਵੇ। ਡਰ ਕਿੱਡਾ ਵੱਡਾ ਸਾਡੇ ਮਨਾਂ 'ਚ। ਹੁਣ ਡਰ ਮੈਂ ਕਿਉਂ ਗੱਲ ਕਰ ਰਿਹਾ? ਇਹ ਇੱਕ ਸੰਘਰਸ਼ ਵਿੱਢਿਆ ਗਿਆ। ਸੰਘਰਸ਼ 50 ਦਿਨ ਹੋ ਗਏ ਅੱਜ ਮੋਰਚੇ ਲੱਗੇ ਨੂੰ ਵੀ, ਆਪਾਂ ਵੀ ਉਸੇ ਸੰਘਰਸ਼ ਦੇ ਵਿੱਚ ਇਕੱਠੇ ਹੋਏ ਆ। ਕਿਤੇ ਅਸੀਂ ਧਰਨੇ ਲਾਏ, ਮੋਰਚੇ ਲਾਏ, ਟ੍ਰੇਨਾਂ ਰੋਕੀਆਂ, ਮਾਲਾਂ ਦੇ ਘਰਾ ਕੀਤੇ, ਉੱਥੇ ਉਹ ਬੰਦ ਕਰਾਏ। ਇਹ ਸਾਰਾ ਮਕਸਦ ਕੀ ਹੁੰਦਾ? ਇਹ ਮਕਸਦ ਇਹ ਆ ਵੀ ਸਰਕਾਰ ਤੇ ਇੱਕ ਪ੍ਰੈਸ਼ਰ ਬਿਲਡ ਕਰਨਾ ਹੁੰਦਾ, ਇੱਕ ਪ੍ਰੈਸ਼ਰ ਪੁਆਇੰਟਸ ਹੁੰਦੇ ਆ ਇਹ। ਔਰ ਇੱਕ ਦਿਨ 'ਚ ਪ੍ਰੈਸ਼ਰ ਨਹੀਂ ਬਿਲਡ ਹੋਣਾ ਹੁੰਦਾ। ਪ੍ਰੈਸ਼ਰ 20 ਦਿਨਾਂ 'ਚ, 30 ਦਿਨਾਂ 'ਚ, ਮਹੀਨੇ, 2 ਮਹੀਨਿਆਂ 'ਚ ਬਿਲਡ ਹੁੰਦਾ। ਤੇ ਉਹ ਪ੍ਰੈਸ਼ਰ ਗੇਮ ਆ ਹੁਣ ਵੀ ਸਰਕਾਰ ਹਿਲਦੀ ਆ ਕਿ ਅਸੀਂ ਹਿਲਦੇ ਆ, ਹੂ ਬਲਿੰਕਸ ਫਰਸਟ। ਅੱਜ ਉਸ ਸੰਘਰਸ਼ ਦਾ ਅਸੀਂ ਹਿੱਸਾ, ਕਿਸਾਨੀ ਦੇ ਖਾਤਰ ਅਸੀਂ ਸੰਘਰਸ਼ ਲਈ ਬੈਠੇ ਆ, ਸਿਰ ਜੋੜ ਕੇ ਬੈਠੇ ਆ। ਤੇ ਜਿਹੜਾ ਸਭ ਤੋਂ ਵੱਡਾ ਪ੍ਰੈਸ਼ਰ ਪੁਆਇੰਟ ਸੀ, ਟ੍ਰੇਨਾਂ ਰੋਕੀਆਂ ਸੀ, ਅੱਜ ਉਹਨਾਂ ਟ੍ਰੇਨਾਂ ਨੂੰ ਚਲਾਉਣ ਖਾਤਰ ਅਸੀਂ ਸਰਕਾਰ ਦੀਆਂ ਮਿੰਨਤਾਂ ਕਰਨ ਲੱਗ ਗਏ। ਹੁਣ ਜਦੋਂ ਐਡਾ ਵੱਡਾ ਪ੍ਰੈਸ਼ਰ ਪੁਆਇੰਟ ਬਣਿਆ
ਤੇ ਉਸ ਪ੍ਰੈਸ਼ਰ ਪੁਆਇੰਟ ਤੋਂ ਪਿੱਛੇ ਸਰਕਾਰ ਨੇ ਹਟਣਾ ਸੀ ਕਿ ਸੰਘਰਸ਼ੀ ਧਿਰ ਨੇ ਹਟਣਾ ਸੀ। ਲੜਾਈ ਤਾਂ ਇੱਥੇ ਹੀ ਆ, ਪਰ ਅਸੀਂ ਪਿੱਛੇ ਹਟ ਗਏ। ਕਿਸਾਨ ਜਥੇਬੰਦੀਆਂ ਪਿੱਛੇ ਹਟ ਗਈਆਂ, ਕਹਿੰਦੀਆਂ ਚਲਾਓ ਜੀ ਟ੍ਰੇਨਾਂ, ਯੂਰੀਆ ਚਾਹੀਦਾ ਲੋਕਾਂ ਨੂੰ। ਇੱਥੇ ਹੋਰ ਮਿਲਟਰੀ ਕੋਲੇ ਸਮਾਨ ਨਹੀਂ ਆਉਂਦਾ। ਫਿਰ ਜੇ ਅਸੀਂ ਦਿੱਲੀ ਤੇ ਆਪਦੀ ਨਿਰਭਰਤਾ ਰੱਖ ਕੇ ਸੰਘਰਸ਼ ਲੜਾਂਗੇ, ਫਿਰ ਕਿੱਥੋਂ ਲੜ ਲਾਂਗੇ? ਦਿੱਲੀ ਨਾਲ ਤਾਂ ਅਸੀਂ ਲੜਾਈ ਲੜੀ ਜਾਂਦੇ ਆ, ਉਹਨਾਂ ਨਾਲ ਤਾਂ ਸਾਡੀ ਦੁਸ਼ਮਣੀ ਆ, ਤੇ ਦਿੱਲੀ ਤੇ ਨਿਰਭਰਤਾ ਉਹਨਾਂ ਦੇ ਮੋਢਿਆਂ ਤੇ ਚੜ ਕੇ ਸੰਘਰਸ਼ ਲੜਾਂਗੇ ਅਸੀਂ। ਜਦੋਂ ਸੰਘਰਸ਼ ਲੜੇ ਜਾਂਦੇ ਆ, ਕੋਈ ਲੜਾਈ ਵਿੱਢੀ ਜਾਂਦੀ ਆ, ਉੱਥੇ ਛੋਟੇ ਮੋਟੇ ਨੁਕਸਾਨ ਝੱਲਣੇ ਪੈਂਦੇ ਆ। 18ਵੀਂ ਸਦੀ 'ਚ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਤੇ ਛੋਲੇ ਖਾ ਕੇ ਗੁਜ਼ਾਰਾ ਕੀਤਾ ਸੀ, ਤਾਂ ਰਾਜ ਮਿਲਿਆ। ਅੱਜ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਆ ਤੇ ਅਸੀਂ ਕਹੀਏ ਚਲਾ ਲਈਏ ਟ੍ਰੇਨਾਂ ਜੀ, ਕੋਈ ਨਹੀਂ, ਅਸੀਂ ਇੱਥੋਂ ਵੀ ਉੱਠ ਖੜਦੇ ਹਾਂ। ਹੋਰ ਦੇਖ ਲਓ ਹੁਣ ਕੋਈ ਪ੍ਰੈਸ਼ਰ ਪੁਆਇੰਟ ਕਿਹੜਾ ਰਿਹਾ? 26-27 ਤੋਂ ਬਿਨਾਂ ਹੋਰ ਕੋਈ ਗੱਲ ਕਰ ਰਹੇ ਆ ਇਸ ਸੰਘਰਸ਼ 'ਚ ਆਪਾਂ ਵੀ ਚਲੋ 26-27 ਨੂੰ ਚੱਲਦੇ ਹਾਂ, ਇਹ ਤੋਂ ਬਿਨਾਂ ਤਾਂ ਸਾਡੇ ਕੋਲੇ ਕੋਈ ਗੱਲ ਨਹੀਂ ਰਹੀ। ਜਿਹੜੇ ਅਸੀਂ ਟੋਲ ਰੋਕੀ ਬੈਠੇ ਆ, ਇਹ ਤਾਂ ਟ੍ਰੈਫਿਕ ਤਾਂ ਉਵੇਂ ਹੀ ਚੱਲੀ ਜਾਂਦਾ ਨਾ, ਸਰਕਾਰ ਤੇ ਤਾਂ ਇਹਦਾ ਕੋਈ ਪ੍ਰੈਸ਼ਰ ਨਹੀਂ। ਤੇ ਜਿਹੜੇ ਜਿਨ੍ਹਾਂ ਨੂੰ ਠੇਕੇ ਮਿਲੇ ਆ ਉਹਨਾਂ ਨੂੰ ਉਹਨਾਂ ਕੁ ਟਾਈਮ ਵਧਾ ਦੇਣਗੇ। ਸੋ ਹੁਣ ਸਾਡਾ ਫਰਜ਼ ਕੀ ਬਣਦਾ? ਗੱਲ ਆਏ ਆ ਵੀ ਪੰਜਾਬ ਫੈਸਲਾ ਕਰਨ ਲੜਾਈ ਲੜ ਰਿਹਾ, ਔਰ ਬਾਬਾ ਦੀਪ ਸਿੰਘ ਵਾਲੀ ਜਿਹੜੀ ਲਕੀਰ ਖਿੱਚੀ ਗਈ ਖੰਡੇ ਨਾਲ, ਹੁਣ ਤੁਸੀਂ ਵੇਖ ਲਓ ਟੱਪਣੀ ਆ ਕਿ ਨਹੀਂ ਟੱਪਣੀ। ਜਿਹੜੇ ਡਰਦੇ ਆ ਉਹ ਬਹਿ ਜਾਓ ਦੂਜੇ ਪਾਸੇ, ਜਿਨ੍ਹਾਂ ਨੇ ਅਸਲ ਆ ਜਿਹੜੇ ਉਹ ਟੱਪਣਗੇ। ਫਿਰ ਗੱਲ ਅਸੀਂ ਖੁਦ ਮੁਖਤਿਆਰੀ ਦੀ ਕਰ ਰਹੇ ਹਾਂ, ਖੁਦ ਮੁਖਤਿਆਰ ਹੋਣ ਦੀ ਕਰ ਰਹੇ ਹਾਂ। ਖੁਦ ਮੁਖਤਿਆਰੀ ਕੀ ਆ? ਵੀ ਸਾਡੇ ਫੈਸਲੇ ਅਸੀਂ ਆਪ ਕਰੀਏ ਨਾ। ਸਾਡੇ ਫੈਸਲੇ ਕੋਈ ਬਿਹਾਰ ਤੋਂ ਚੁਣਿਆ ਹੋਇਆ, ਕੋਈ ਯੂਪੀ ਤੋਂ ਚੁਣਿਆ ਹੋਇਆ, ਕੋਈ ਬਨਾਰਸ ਤੋਂ ਚੁਣਿਆ ਹੋਇਆ ਉੱਥੇ ਪਾਰਲੀਮੈਂਟ 'ਚ ਬੈਠ ਕੇ ਕਰੀ ਜਾਵੇ ਬੰਦਾ, ਫਿਰ ਅਸੀਂ ਆਜ਼ਾਦ ਕਿੱਥੇ ਆ? ਅਸੀਂ ਖੁਦ ਮੁਖਤਿਆਰ ਕਿੱਥੇ ਆ? ਉਦੋਂ ਤੱਕ ਸਾਡਾ ਭਲਾ ਕਦੇ ਹੋ ਸਕਦਾ ਵੀ ਜਦੋਂ ਤੱਕ ਸਾਡੇ ਫੈਸਲੇ ਉਹ ਦਿੱਲੀ 'ਚ ਬਹਿ ਕੇ ਲੈਣ। 73 ਸਾਲ ਸੋਧਾਂ ਤੇ ਰਿਆਇਤਾਂ ਦੀ ਲੜਾਈ ਲੜੀ ਆ ਨਾ, ਤੇ ਅੱਜ ਇੱਥੇ ਬੈਠੇ ਆ। ਅੱਜ ਗੱਲ ਕਿੱਥੇ ਆ ਗਈ? ਪੰਜਾਬ ਦੀ ਹੋਂਦ ਤੇ ਆ ਗਈ ਗੱਲ। ਸੋ ਹੁਣ ਕਿੰਨੀ ਕੁ ਦੇਰ ਡਰੀ ਜਾਵਾਂਗੇ? ਕਿੰਨੀ ਕੁ ਦੇਰ? ਅੱਜ ਮੈਂ ਬੰਬੇ ਛੱਡ ਕੇ ਇੱਥੇ ਆ ਗਿਆ ਨਾ, ਹੋ ਸਕਦਾ ਇਦੋਂ ਵੀ ਥੱਲੇ ਜਾਣਾ ਪੈ ਜੇ, ਹੋ ਸਕਦਾ ਜੇਲ੍ਹਾਂ 'ਚ ਜਾਣਾ ਪੈ ਜੇ। ਮੈਂ ਤਿਆਰ ਹਾਂ ਇਸ ਖਾਤਰ, ਤੁਹਾਨੂੰ ਤਿਆਰ ਹੋਣਾ ਪਊਗਾ। ਇੱਥੇ ਜੇ ਆਪਾਂ ਬੈਠੇ ਹਾਂ ਅੱਜ, ਤੁਸੀਂ ਇਹ ਦੇਖੋ, ਇਹ ਤੁਸੀਂ ਇੱਕ ਬੰਦਾ, ਅਸੀਂ ਇਹ ਮੰਨਦੇ ਹਾਂ ਵੀ ਇੱਕ ਬੰਦਾ 10 ਵਰਗਾ ਇੱਥੇ ਆਇਆ। ਤੁਹਾਡੇ ਮੋਢਿਆਂ ਤੇ ਵੀ ਜ਼ਿੰਮੇਵਾਰੀ ਬਹੁਤ ਵੱਡੀ ਆ, ਔਰ ਉਸ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਆ ਜੇ ਤੁਹਾਨੂੰ, ਤਾਂ ਸਾਡਾ ਫਿਰ ਇਕੱਠੇ ਹੋਇਆਂ ਦਾ ਸੰਘਰਸ਼ ਬੈਠਿਆਂ ਦਾ ਉਹਦਾ ਹੀਲਾ ਨਹੀਂ ਹੋਣਾ। ਆ ਕੇ ਕੋਈ ਮਤਲਬ ਨਹੀਂ ਆ ਵੀ ਅਸੀਂ ਇਕੱਠੇ ਹੋ ਕੇ ਬਹਿ ਜਾਈਏ। ਫਿਰ ਗੱਲ ਤਾਂ ਜਗਾਉਣ ਦੇ ਨਾਲ ਨਾਲ ਉਹ ਜ਼ਿੰਮੇਵਾਰੀ ਦਾ ਅਹਿਸਾਸ ਵੀ ਸਾਨੂੰ 73 ਸਾਲ ਗੁਲਾਮੀ 'ਚ ਰੱਖਿਆ। ਹੁਣ ਇਹਨੂੰ ਕੌਂਸਟੀਟਿਊਸ਼ਨ ਦੇ ਡੋਮੇਨ 'ਚ ਰਹਿ ਕੇ ਗੱਲਾਂ ਕਰ ਲਾਂ ਮੈਂ, ਬੜੀਆਂ ਟੈਕਨੀਕਲ ਗੱਲਾਂ ਕਰ ਲਾਂ, ਉਹ ਵੀ ਕਰ ਸਕਦਾ, ਪਰ ਅਸਲ 'ਚ ਜਦੋਂ ਤੁਹਾਡੇ ਫੈਸਲੇ ਹੀ ਤੁਸੀਂ ਨਾ ਲੈ ਰਹੇ ਹੋ ਤਾਂ ਤੁਸੀਂ ਗੁਲਾਮ ਹੋ। ਗੱਲ ਤਾਂ ਇੱਥੇ ਹੀ ਆ ਨਾ। ਸੋ ਖੁਦ ਮੁਖਤਿਆਰੀ ਦੀ ਇਦੋਂ ਬਿਨਾਂ ਸਾਡੇ, ਅਸੀਂ ਕਹਿ ਲਈਏ ਵੀ ਆਹ ਦੇਖ ਲਓ, ਅੱਜ ਸੁੱਖ ਬੋਲ ਕੇ ਗਿਆ ਵੀ 499 ਰੁਪਈਆਂ 'ਚ ਬਹੁਤ ਕੁਝ ਪਿਆ, ਕੋਈ ਰਿਸ਼ਵਤ ਲਈ ਜਾਂਦਾ, ਕਿਤੇ ਕੋਈ ਪੁਲਿਸ ਵਾਲਾ ਧੱਕਾ ਕਰੀ ਜਾਂਦਾ। ਇਹ ਗੱਲਾਂ ਤਾਂ ਬਹੁਤ ਛੋਟੀਆਂ, ਇਸ ਕਰਕੇ ਲੋਕਾਂ ਦਾ ਕਸੂਰ ਨਹੀਂ ਆ, ਤੁਹਾਨੂੰ ਉਲਝਾਇਆ ਹੀ ਇੱਥੇ ਜਾਂਦਾ। ਅਸਲ ਸਿਆਸਤ ਕੀ ਆ? ਇਹ ਰਾਜ ਕਿਵੇਂ ਕਰ ਰਹੇ ਆ? ਇਹਨਾਂ ਦੀ ਵਿਚਾਰਧਾਰਾ ਦੇ ਪਿੱਛੇ ਕੀ ਚੀਜ਼ ਕੰਮ ਕਰ ਰਹੀ ਆ? ਉਹ ਮਾਨਸਿਕਤਾ ਕੀ ਆ? ਉੱਥੋਂ ਤੱਕ ਤਾਂ ਸੋਚਣ ਹੀ ਨਹੀਂ ਦਿੰਦੇ। ਉਹ ਲੀਡਰਸ਼ਿਪ ਪੈਦਾ ਹੁੰਦੀ ਆ ਸੋਸ਼ਲ ਮੀਡੀਆ ਤੋਂ। ਇੱਕ ਅੱਧਾ ਬੰਦਾ ਫੇਸਬੁੱਕ ਤੇ ਬੋਲਣ ਲੱਗ ਜਾਂਦਾ, ਉਧਰ ਨੂੰ ਹੀ ਹੋ ਜਾਂਦੇ ਆ ਪਤੰਦਰ ਵੀ ਯਾਰ ਆਹ ਬੰਦਾ ਬੜਾ ਕਾਇਮ ਆ। ਅੱਛਾ, ਉਧਰ ਨੂੰ ਹੋ ਜਾਂਦੇ ਆ। ਉਹ ਲੀਡਰਸ਼ਿਪ ਜਿਹੜੀ ਸੋਸ਼ਲ ਮੀਡੀਆ ਵਾਲੀ ਲੀਡਰਸ਼ਿਪ ਆ, ਉਹਨਾਂ ਤੇ ਅਸੀਂ ਧਿਜਣ ਲੱਗ ਗਏ। ਤੇ ਜਿਹੜੇ ਸਾਡੇ ਥਿੰਕਰਸ, ਜਿਹੜੇ ਸਾਡੇ ਸੰਘਰਸ਼ੀ ਬੰਦੇ ਬੈਠੇ ਆ, ਜਿਹੜੇ ਸਾਡੇ ਇੰਟਲੈਕਚੁਅਲਸ ਬੈਠੇ ਆ, ਉਹਨਾਂ ਨੂੰ ਕਦੇ ਸੁਣਿਆ ਹੀ ਨਹੀਂ ਕਿਸੇ ਨੇ।
ਇੱਥੇ ਗਲੀਆਂ ਨਾਲੀਆਂ ਦੀ ਪੋਲੀਟਿਕਸ ਵਾਲੀ ਗੱਲ ਜਾਂ ਰਿਸ਼ਵਤਖੋਰੀ ਵਾਲੀ ਗੱਲ ਕਰ ਲੈਣਗੇ, ਜਾਂ ਇੱਥੇ ਚਾਰ ਗੱਲਾਂ ਅਸੀਂ ਅੱਜ ਦਾ ਮਕਸਦ ਹੀ ਇਹ ਸੀ ਵੀ ਇੱਕ ਆਈਡੀਆ ਥਰੋ ਕਰੀਏ ਆਪਾਂ। ਅੱਜ ਉਹ ਬੜਾ ਐਬਸਟਰੈਕਟ ਲੱਗਦਾ, ਐਂ ਲੱਗਦਾ ਹਵਾ 'ਚ ਗੱਲਾਂ। ਜਦੋਂ ਕਦੇ ਆਈਡੀਆਜ਼ ਥਰੋ ਕੀਤੇ ਜਾਂਦੇ ਆ ਨਾ, ਉਹ ਹਵਾ 'ਚ ਹੀ ਲੱਗਦੇ ਹੁੰਦੇ ਆ ਵੀ ਯਾਰ ਹੋਣਾ ਤਾਂ ਹੈ ਨਹੀਂ, ਪਰ ਉਹਨੇ ਜੜ ਫੜ ਲੈਣੀ ਹੁੰਦੀ ਆ। ਇਹ ਗੱਲ ਅੱਜ ਤੁਹਾਡੇ ਸਾਰਿਆਂ ਦੇ ਸਮਝ 'ਚ ਆਉਣੀ ਬਹੁਤ ਜ਼ਰੂਰੀ ਸੀ। ਆ ਬਖਸ਼ੀਸ਼ ਬਾਈ ਬੈਠੇ ਆ, ਤਲਵਾੜਾ ਬਾਈ ਬੈਠੇ ਆ ਇੱਥੇ, ਇਹ ਸੰਘਰਸ਼ੀ ਬੰਦਿਆਂ ਨੇ ਕੌਮ ਖਾਤਰ ਆਪਦੀਆਂ ਜ਼ਿੰਦਗੀਆਂ, ਆਪਦੀਆਂ ਜਾਇਦਾਦਾਂ, ਆਪਦੇ ਪਰਿਵਾਰ ਦੇਤੇ, ਤੇ ਕੌਮ ਨੇ ਇਹਨਾਂ ਨੂੰ ਕੀ ਦੇਤਾ ਮੁੜ ਕੇ? ਪੁੱਛੋ ਨਾ ਪਰਿਵਾਰਾਂ ਦੇ ਕੀ ਹਾਲ ਆ। ਸਾਂਭੇ ਆ ਅਸੀਂ, ਪਰ ਸਾਨੂੰ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਜਿਹੜੀਆਂ ਅਸੀਂ ਕਰਦੇ ਹਾਂ ਵੀ ਆ ਜਾਓ ਦਿੱਲੀ ਵਾਲਿਓ, ਟੱਪਣ ਨਹੀਂ ਦਿੰਦੇ ਤੁਹਾਨੂੰ। ਕਿਉਂ? ਕਿਉਂਕਿ ਸਾਡੀ ਆਦਤ ਪੈ ਗਈ ਸੋਸ਼ਲ ਮੀਡੀਆ ਲੀਡਰਸ਼ਿਪ ਕ੍ਰੀਏਟ ਕਰਨ ਦੀ, ਉਹਨਾਂ ਦੇ ਉਧਰ ਨੂੰ ਲੜਨ ਦੀ। ਅਸਲ ਜੜ ਤਾਂ ਕਿਸੇ ਚੀਜ਼ ਨੇ ਫੜੀ ਨਹੀਂ। ਅੱਜ ਇਕੱਠ ਆਪਾਂ ਅਰਦਾਸ ਕੀਤੀ, ਸਤਿਗੁਰ ਦਾ ਓਟ ਆਸਰਾ ਲਿਆ, ਉਦੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਇੱਥੇ ਇਕੱਠੇ ਹੋਣ ਦਾ ਮਕਸਦ ਸੀ ਕੋਈ। ਮਕਸਦ ਇਹ ਨਹੀਂ ਸੀ ਵੀ ਆਪਾਂ ਜਿਹੜੀਆਂ ਸ਼ਖਸੀਅਤਾਂ ਆਉਣ ਉਹਨਾਂ ਨੂੰ ਸੁਣਿਆ ਜਾਵੇ। ਮਕਸਦ ਇਹ ਤੋਂ ਬਹੁਤ ਡੂੰਘਾ ਸੀ ਜਿਹੜੀ ਮੈਂ ਗੱਲ ਕਰ ਰਿਹਾ। ਔਰ ਮੇਰੇ ਤੋਂ ਮੈਂ ਇਸ ਕਰਕੇ ਗੱਲ ਕਰ ਰਿਹਾ, ਇਹਨੂੰ ਜਦੋਂ ਤੱਕ ਅਸੀਂ ਸਮਝਾਂਗੇ ਨਹੀਂ ਗੱਲਾਂ ਨੂੰ। ਮਕਸਦ ਆ ਸਾਡੀ ਖੁਦਮੁਖਤਿਆਰੀ ਦਾ। ਕਈ ਬੰਦਿਆਂ ਦਾ ਬੜਾ ਸਵਾਲ ਹੁੰਦਾ ਲੈਣੀ ਕਿਵੇਂ ਆ, ਇੱਥੇ ਆ ਕੇ ਗੱਲ ਆ ਜਾਂਦੀ ਆ ਵੀ ਗੱਲ ਸਹੀ ਹੈ ਤੇਰੀ ਬਾਈ, ਸਾਡੇ ਮਸਲੇ ਨਹੀਂ ਹੱਲ ਹੋਣੇ ਜਦੋਂ ਤੱਕ ਅਸੀਂ ਖੁਦਮੁਖਤਿਆਰ ਨਾ ਹੋਈਏ। ਹੁਣ ਲੈਣੀ ਕਿਵੇਂ ਆ? ਖੁਦਮੁਖਤਿਆਰੀ ਅਸੀਂ ਇਕੱਲਿਆਂ ਨੇ ਨਹੀਂ ਲੈਣੀ ਇੱਥੇ, ਪਹਿਲਾਂ ਇਹ ਸਮਝ ਲਓ। ਇਹ ਆਜ਼ਾਦੀ ਇਕੱਲਿਆਂ ਨੇ ਨਹੀਂ ਲੈਣੀ, ਹੋਰ ਬਹੁਤ ਧਿਰਾਂ ਜਿਹੜੀਆਂ ਇਸ ਖਾਤਰ ਲੜੀ ਜਾਂਦੀਆਂ। ਕਸ਼ਮੀਰ ਲੜੀ ਜਾਂਦਾ, ਤਾਮਿਲਨਾਡੂ ਲੜੀ ਜਾਂਦਾ, ਬੰਗਾਲ ਲੜੀ ਜਾਂਦਾ, ਮਹਾਰਾਸ਼ਟਰ ਲੜੀ ਜਾਂਦਾ। ਮੈਂ ਇੱਕ ਇਦੋਂ ਅਗਲੀ ਗੱਲ ਤੇ ਆਉਣਾ। ਸਾਨੂੰ ਅੱਜ ਲੱਗਦਾ ਵੀ ਮੋਦੀ ਸਰਕਾਰ ਬਹੁਤ ਜ਼ਿਆਦਾ ਤਾਕਤਵਰ ਆ, ਇਹਨਾਂ ਤੋਂ ਆਪਦੇ ਹੱਕ ਕਿਵੇਂ ਲਈਏ, ਸਾਡਾ ਫੌਂ ਨਹੀਂ ਪੈਣਾ। ਪਰ ਕੋਈ ਰਿਆਸਤ ਹੋਵੇ, ਕੋਈ ਹਕੂਮਤ ਹੋਵੇ, ਕੋਈ ਸਰਕਾਰ ਹੋਵੇ, ਉਹਨਾਂ ਤੇ ਇੱਕ ਟਾਈਮ ਇਹੋ ਜਿਹਾ ਆਉਂਦਾ ਜਦੋਂ ਬੜਾ ਵੀਕ ਲਿੰਕ ਹੁੰਦਾ, ਤੁਸੀਂ ਉਦੋਂ ਸੱਟ ਮਾਰਨੀ ਹੁੰਦੀ ਆ। ਉਦੋਂ ਪਹਿਲਾਂ ਜਦੋਂ ਤੱਕ ਲੈਣੀ ਕਿਵੇਂ ਆਦਾ, ਜੇ ਅੱਜ ਹੀ ਤੁਹਾਨੂੰ ਇਹਦਾ ਜਵਾਬ ਚਾਹੀਦਾ, ਅੱਜ ਤਾਂ ਨਹੀਂ ਜਵਾਬ ਮਿਲਣਾ। ਅੱਜ ਤਾਂ ਸੰਘਰਸ਼ ਸ਼ੁਰੂ ਕੀਤਾ, ਹਜੇ ਤਾਂ ਸ਼ੁਰੂ ਵੀ ਨਹੀਂ ਹੋਇਆ, ਹਜੇ ਤਾਂ ਦਬਾਅ ਹੀ ਨਹੀਂ ਪਿਆ ਆਪਣੇ ਤੇ, ਹਜੇ ਤਾਂ ਸਟੇਟ ਨੇ ਪਤਾ ਨਹੀਂ ਕੀ ਕੁਛ ਕਰਨਾ। ਔਰ ਸਟੇਟ ਅੱਜ ਤੱਕ ਦੇਖ ਲਓ, ਸਾਡੇ ਕੋਲੇ ਹੁਣ 26-27 ਆ ਪ੍ਰਤਿਆ ਲੈਂਦੇ ਆ ਕਿਸਾਨ ਜਥੇਬੰਦੀਆਂ ਨੂੰ ਵੀ। ਆਪਾਂ ਤਾਂ ਪਹਿਰਾ ਲਾਈ ਬੈਠੇ ਆ ਨਾ, ਪਹਿਰਾਦਾਰੀ ਕਰੀ ਜਾਂਦੇ ਆ ਉਹਨਾਂ ਤੇ। ਜੇ ਅਗਲੇ ਵੇਚ ਗਏ, ਪੰਜਾਬ ਦੇ ਲੋਕਾਂ ਦੇ ਹਿੱਤ ਵੇਚ ਗਏ, ਆਪਾਂ ਬੇਨਕਾਬ ਕਰ ਦਾਂਗੇ। ਇਹ ਗੱਲ ਪੱਕੀ ਆ ਹੁਣ। ਸੋ ਇਹ ਫੈਸਲਾ ਕੁੰਨ ਲੜਾਈ ਆ, ਉਹ ਜ਼ਿੰਦਗੀ ਮੌਤ ਦੀ ਲੜਾਈ ਆ। ਇੱਥੇ ਆ ਜਾਓ ਤੁਸੀਂ। ਜੇ ਸਾਡੇ ਸਮਝ ਨਹੀਂ ਆ ਰਹੀ ਇਹ ਗੱਲ, ਹਜੇ ਵੀ ਨਹੀਂ ਆ ਰਹੀ, ਫਿਰ ਜਿਹਦੇ ਨਹੀਂ ਸਮਝ ਆ ਰਹੀ ਉਹ ਘਰੇ ਬਹਿ ਜੇ। ਕਿਉਂਕਿ ਫਿਰ ਹੋ ਸਕਦਾ 8 ਮਹੀਨਿਆਂ ਦਾ ਘੇਰਾ ਸੀ ਅਨੰਦਪੁਰ ਸਾਹਿਬ ਦੇ ਕਿਲੇ ਦਾ, ਤੇ ਉਸ ਤੋਂ ਬਾਅਦ 40 ਬੰਦੇ ਸੀ ਚਮਕੌਰ ਦੀ ਗੜੀ 'ਚ। 40 ਬੰਦਿਆਂ ਨੇ ਇਤਿਹਾਸ ਲਿਖਤਾ ਸੀ, ਉਹੀ ਚਾਹੀਦੇ ਆ। ਸੋ ਇੱਕ ਰਾਹਤ ਅੰਦੋਰੀ ਸਾਹਿਬ ਦੀ ਨਜ਼ਮ ਆ ਵੀ ਖਿਲਾਫ ਹੈ तो होने दो जान थोड़ी है, खिलाफ है तो होने दो जान थोड़ी है, ये सब धुआं है आसमान थोड़ी है, लगेगी आग तो आएंगे कई घर जद में, यहां अकेले हमारा मकान थोड़ा ही है। ये लाइन बड़ी इंपॉर्टेंट है। इदू अगली, हमें मालूम है कि दुश्मन भी कम नहीं, पर हमारी तरह हथेली पे जान थोड़ी ही है। सो लड़ाई फैसला कुन ये सानू भी आपदे वांगू सोच लेंदे आ भी ये उवें ही आ जिवें असीं लड़ांगे, जिवें दिल्ली च बह के ये आपदी सोच अनुसार इत्थे ही मात खा जांदे आ। अज
ਜੇ ਪੰਜਾਬ ਬਾਗੀ ਹੋਇਆ ਨਾ, ਕੱਲਾ ਪੰਜਾਬ ਹੀ ਬਾਗੀ ਆ। ਦੇਖ ਲਓ, ਸੱਦਾ ਦਿੱਤਾ ਸੀ 5 ਤਰੀਕ ਦਾ ਇੰਡੀਆ ਭਾਰਤ ਬੰਦ ਦਾ ਕਿਸਾਨ ਜਥੇਬੰਦੀਆਂ ਨੇ, ਕਿਤੇ ਹੋਰ ਬੰਦ ਹੋਇਆ ਪੰਜਾਬ ਛੱਡ ਕੇ? ਸੋ ਇਸ ਗੱਲ ਤੋਂ ਹੀ ਆਪਾਂ ਇਹ ਸਮਝ ਲਈਏ ਵੀ ਪੰਜਾਬ ਨੇ ਕਦੇ ਵੀ ਦਿੱਲੀ ਦੀ ਸਿਆਸਤ ਕਬੂਲ ਨਹੀਂ ਕੀਤੀ। ਸਾਨੂੰ ਸਾਜ਼ਿਸ਼ਾਂ ਨਾਲ ਗੁਲਾਮ ਰੱਖ ਲੈਣਗੇ, ਪਰ ਅਸੀਂ ਗੁਲਾਮੀ ਪ੍ਰਵਾਨ ਨਹੀਂ ਕਰ ਸਕਦੇ। ਤੇ ਅੱਜ ਪੰਜਾਬੀ ਇਹ ਫੈਸਲਾ ਲੈ ਚੁੱਕੇ ਆ। ਦੇਖੋ, ਇਹ ਖੁਦਮੁਖਤਿਆਰੀ ਦਾ ਵੀ ਇੱਕ ਆਈਡੀਆ ਹੀ ਸੀ ਨਾ, ਇਹਨੇ ਜੜ ਇਹੋ ਜਿਹੀ ਫੜ ਲਈ। ਜਦੋਂ ਮੈਂ ਕਿਤੇ ਪਿੰਡਾਂ 'ਚ ਵੀ ਜਾਣਾ, ਬਾਬੇ ਸਵਾਲ ਪੁੱਛਦੇ ਆ ਉੱਥੇ ਵੀ ਬਾਈ ਉਸ ਵੇਲੇ ਜਦੋਂ ਆਜ਼ਾਦੀ ਮਿਲੀ ਆ 1947 'ਚ, ਜੇ ਜਿਨ੍ਹਾਂ ਨੇ ਲੈ ਲਈ ਸੀ ਤਾਂ ਸਾਨੂੰ ਵੀ ਲੈ ਲੈਣੀ ਚਾਹੀਦੀ ਸੀ ਯਾਰ, ਗਲਤੀ ਹੋ ਗਈ। ਇਹ ਤੋਂ ਬਿਨਾਂ ਮਸਲੇ ਨਹੀਂ ਹੱਲ ਹੋਣੇ। ਅਸੀਂ ਜਿੰਨਾ ਮਰਜ਼ੀ ਇਕੱਠਾ ਕਰ ਲਈਏ ਵੀ ਪੰਜਾਬ ਦੀ ਪੋਲੀਟੀਕਲ ਕਲਾਸ ਆ, ਜਿਹੜੇ ਸਾਰੇ ਲੀਡਰ ਸਾਨੂੰ ਲੱਗਦਾ ਵੀ ਇਹ ਇਮਾਨਦਾਰ ਲੀਡਰ ਆ, ਉਹਨਾਂ ਨੂੰ ਇਕੱਠਾ ਕਰ ਲਈਏ, ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਅਸੀਂ ਚੋਣਾਂ ਤੇ ਲਾ ਦਈਏ, ਕੁਝ ਨਹੀਂ ਹੋਣਾ। ਜਦੋਂ ਤੱਕ ਪੰਜਾਬ ਇਹ ਗੱਲ ਨਹੀਂ ਸਮਝਦਾ ਵੀ ਹੁਣ ਅਗਲਾ ਰਾਜ ਪੰਜਾਬ ਦੇ ਲੋਕ ਕਰਨਗੇ, ਜਦੋਂ ਤੱਕ ਸਾਡਾ ਸਮਾਜਿਕ ਆਧਾਰ ਨਹੀਂ ਬਣਦਾ ਇਸ ਗੱਲ ਦਾ, ਜਦੋਂ ਤੱਕ ਖੁਦਮੁਖਤਿਆਰੀ ਸਮਾਜਿਕ ਆਧਾਰ ਨਹੀਂ ਬਣਾਉਂਦੀ, ਔਰ ਇਹ ਸਾਡੇ ਤੇ ਆ ਜ਼ਿੰਮੇਵਾਰੀ, ਉਦੋਂ ਤੱਕ ਰਵਾਇਤੀ ਪਾਰਟੀਆਂ ਨੇ ਇਲੈਕਸ਼ਨ ਲੜਨੇ ਆ, ਲਿਆਉਣ ਵਾਲਾ ਮੁੱਖ ਮੰਤਰੀ ਵੀ ਉਹਨਾਂ 'ਚ ਹੀ ਹੋਊਗਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਕਰ ਲਓ ਇਕੱਠੇ, ਦੇਖਦੇ ਆ ਵੋਟਾਂ ਪੈਂਦੀਆਂ ਕਿ ਨਹੀਂ ਪੈਂਦੀਆਂ, ਕਿਸੇ ਨੇ ਨਹੀਂ ਪਾਉਣੀ। ਇਸ ਕਰਕੇ ਪਹਿਲਾਂ ਅੱਜ ਦਾ ਮਕਸਦ ਇਹ ਸੀ ਵੀ ਅਸੀਂ ਇੱਕ ਆਈਡੀਆ ਥਰੋ ਕਰੀਏ, ਉਹਨੂੰ ਤੁਸੀਂ ਗ੍ਰੈਸਪ ਕਰੋ, ਉਹਦੀ ਜੜ ਲੱਗੇ, ਰਾਜ ਆਉਣ ਵਾਲਾ ਪੰਜਾਬ ਦੇ ਲੋਕ ਕਰਨ। ਤੇ ਰਾਜ ਵੀ ਕੀ ਆ, ਇਹ ਜਿਹੜੀ ਪੋਲੀਟੀਕਲ ਕਲਾਸ ਆ, ਇਹਨਾਂ ਨੂੰ ਕੱਲ ਮੈਂ ਇੱਕ ਡਿਬੇਟ 'ਚ ਕਹਿ ਕੇ ਆਇਆ ਸੀ ਵੀ ਅਗਲੀ ਪੋਲੀਟਿਕਸ ਆ ਜਿਹੜੀ ਪੰਜਾਬ ਦੀ, ਉਹ ਸਾਡੇ ਨਾਲ ਧਰਨਿਆਂ ਤੇ ਮੋਰਚਿਆਂ 'ਚ ਬੈਠਣ ਜੋਗੀ ਹੋਵੇ। ਤੁਸੀਂ ਜੇ ਚੰਡੀਗੜ੍ਹ ਵਾਲੀ ਕੋਠੀਆਂ ਵਾਲੀ ਪੋਲੀਟਿਕਸ ਕਰਨੀ ਆ, ਫਿਰ ਪੰਜਾਬ ਦਾ ਭਲਾ ਨਹੀਂ ਆ। ਹੁਣ ਤਾਂ ਸੰਘਰਸ਼ ਆ ਪੰਜਾਬ ਕੋਲੇਗਾ, ਹੋਰ ਕੋਈ ਹੱਲ ਨਹੀਂ ਆ। ਚਾਹੇ ਪੋਲੀਟੀਕਲੀ ਕਰ ਲਓ, ਚਾਹੇ ਸਮਾਜਿਕ ਕਰ ਲਓ, ਸੰਘਰਸ਼ ਤੋਂ ਬਿਨਾਂ ਜੇ ਸਾਡਾ ਭਲਾ ਹੋ ਜੇ ਤਾਂ ਨਹੀਂ ਹੋ ਸਕਦਾ। ਸੋ ਇਸ ਕਰਕੇ ਜਿਨ੍ਹਾਂ ਨੇ ਪਾਵਰ ਇੰਜੋਏ ਕਰ ਲਈ, ਇਹਨਾਂ ਨੇ ਤਾਂ ਪਾਵਰ, ਇਹ ਕਰਪਟ ਹੋ ਚੁੱਕੀ ਹੈ ਜਿਨ੍ਹਾਂ ਨੇ ਪਾਵਰ ਇੰਜੋਏ ਕਰ ਲਈ। ਇਹਨਾਂ ਤੋਂ ਨਾ ਆਸ ਰੱਖਿਓ ਵੀ ਸੰਘਰਸ਼ ਕਰਨਗੇ ਸਾਡੇ ਲਈ। ਜਾਂ ਤਾਂ ਆਪਦੀ ਇੱਕ ਸੰਘਰਸ਼ੀ ਰਾਜਨੀਤਿਕ ਸੰਘਰਸ਼ ਕਰੇ ਜਿਹੜੀ ਧਿਰ ਉਹ ਸਿਰਜੀਏ, ਤੇ ਨਾਲ ਸਮਾਜਿਕ ਧਿਰ ਸਿਰਜੀਏ ਜਿਹੜੀ ਉਹ ਸਮਾਜ 'ਚ ਆਧਾਰ ਬਣਾਵੇ। ਨਹੀਂ ਤਾਂ ਜੇ ਅਸੀਂ ਕਹਿ ਲਾਂਗੇ ਵੀ ਸਾਡਾ ਕਿਤੇ ਭਲਾ ਹੋ ਜਾਊਗਾ, ਕਿਉਂਕਿ ਤੁਸੀਂ ਦੇਖ ਲਓ ਚੀਫ ਮਿਨਿਸਟਰ ਸਾਹਿਬ ਦੀ ਔਕਾਤ ਵੀ ਦੇਖ ਲਓ। ਉਹਨਾਂ ਨੇ ਵਿਧਾਨ ਸਭਾ 'ਚ 3 ਬਿੱਲ ਪਾਸ ਕੀਤੇ, ਬਿੱਲ ਪਾਸ ਕਰਕੇ ਉੱਥੇ ਇੰਟਰੋਡਿਊਸ ਹੀ ਕੀਤੇ, ਪਾਸ ਤਾਂ ਹਜੇ ਕਰਕੇ, ਤੇ ਉਸ ਤੋਂ ਬਾਅਦ ਰਾਸ਼ਟਰਪਤੀ ਕੋਲੇ ਗਏ, ਸਮਾਂ ਮੰਗਿਆ, ਨਹੀਂ ਦਿੱਤਾ। ਔਰ ਸਮਾਂ ਮੰਗਿਆ ਵੀ ਇਹਨਾਂ ਨੂੰ ਪੜ੍ਹ ਤਾਂ ਲਓ, ਪੜ੍ਹਨ ਵਾਸਤੇ ਧਰਨਾ ਲਾਉਣਾ ਪਿਆ ਉਹਨਾਂ ਨੂੰ, ਜੰਤਰ ਮੰਤਰ 1.5 ਘੰਟੇ ਦਾ ਧਰਨਾ ਲਾ ਕੇ ਆਏ। ਸੋ ਸੀਐਮ ਦੀ ਔਕਾਤ ਕੀ ਰਹੇਗੀ ਪੰਜਾਬ ਦੇ? ਨਗਰਪਾਲਿਕਾ ਦੇ ਪ੍ਰਧਾਨ ਵਾਲੀ ਗਲੀਆਂ ਨਾਲੀਆਂ ਦੀ ਪੋਲਿਟਿਕਸ ਕਰ ਲਓ, ਸੀਐਮ ਕੋਲੇ ਕੋਈ ਪਾਵਰ ਹੀ ਨਹੀਂ ਆ। ਪਾਵਰ ਤਾਂ ਸਾਰੀ ਦਿੱਲੀ ਕੋਲੇ ਆ, ਤੇ ਉੱਥੇ ਯੂਪੀ ਬਿਹਾਰ ਦੇ ਚੁਣੇ ਹੋਏ ਨੁਮਾਇੰਦੇ ਸਾਡੇ ਫੈਸਲੇ ਲੈਂਦੇ ਆ। ਫਿਰ ਜੇ ਅਸੀਂ ਰਹਿਣਾ ਬਿਨਾਂ ਖੁਦ ਮੁਖਤਿਆਰ ਹੋਏ, ਬਿਨਾਂ ਆਪਦੀ ਆਜ਼ਾਦੀ ਤੋਂ, ਐਂ ਗੁਲਾਮ, ਜਿਨ੍ਹਾਂ ਨੂੰ ਲੱਗਦਾ ਨਾ ਵੀ ਸਭ ਕੁਝ ਠੀਕ ਤਾਂ ਹੈ ਯਾਰ, ਕੁਝ ਹੋਣਾ ਤਾਂ ਹੈ ਨਹੀਂ, ਸਭ ਕੁਝ ਠੀਕ ਤਾਂ ਨਹੀਂ ਆ, ਇਹ ਗੱਲ ਤਾਂ ਸਾਨੂੰ ਸਮਝਣੀ ਪਊਗੀ। ਸੋ ਅੱਜ ਦੀਪ ਸਿੱਧੂ ਤੇ ਬੜੇ ਵੀ ਤੂੰ ਬਾਈ ਅੱਗੇ ਲੱਗ ਇਲੈਕਸ਼ਨ ਲੜਦੇ ਆ ਯਾਰ, ਕੀ ਕਰਾਂਗੇ ਇਲੈਕਸ਼ਨ ਲੜ ਕੇ? ਬਦਨਾਮ ਹੋ ਜਾਣਗੇ। ਲੋਕ ਚਾਹਣਗੇ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਬਦਲਾਅ ਲੈ ਕੇ ਆਓਗੇ। ਬਦਲਾਅ ਕੋਈ ਪਾਵਰ ਤਾਂ ਹੈ ਨਹੀਂ, ਪਾਵਰ ਤਾਂ ਸੀਐਮ ਦੀ ਮੈਂ ਤੁਹਾਨੂੰ ਦੱਸਿਆ ਨਗਰਪਾਲਿਕਾ ਦੇ ਪ੍ਰਧਾਨ ਜਿੰਨੀ ਆ। ਸੋ ਹੁਣ ਪੋਲੀਟੀਕਲ ਕਲਾਸ ਨੂੰ ਵੀ ਇਹੀ ਚਾਹੀਦਾ ਜਿਹੜੀ ਪੰਜਾਬ ਦੇ ਹਿੱਤਾਂ ਦੀ ਜੇ ਗੱਲ ਕਰਦੀ ਹੈ ਨਾ। ਅੱਜ ਆਏ ਸੀ ਢੀਂਡਸਾ ਸਾਹਿਬ, ਖਹਿਰਾ ਸਾਹਿਬ ਬੈਠੇ ਆ, ਪਰਖੀਏ ਇਹਨਾਂ ਨੂੰ ਕਹੀਏ ਆਓ ਸਾਡੇ ਨਾਲ ਬੈਠੋ ਮੋਰਚਿਆਂ 'ਚ, ਧਰਨਿਆਂ 'ਚ। ਹੁਣ ਤਾਂ ਸਟਰਗਲ ਆ, ਤੇ ਸਟਰਗਲ ਤੋਂ ਬਿਨਾਂ ਜੇ ਤੁਹਾਨੂੰ ਜਵਾਬ ਚਾਹੀਦਾ ਲੈਣੀ ਕਿਵੇਂ ਆ ਯਾਰ? ਸੋ ਐਂ ਤਾਂ ਨਹੀਂ ਗੱਲ ਬਣਨੀ, ਇਹ ਤਾਂ ਔਖ ਕੱਟਣੀ ਪਊਗੀ। ਜੇ 1-2 ਵਾਰੀ ਦੀ ਰੋਟੀ ਖਾਂਦੇ ਆ, ਹੋ ਸਕਦਾ 1 ਵਾਰੀ ਦੀ ਖਾਣੀ ਪੈ ਜੇ। ਹੋ ਸਕਦਾ ਯੂਰੀਆ ਨਾ ਭੇਜਣ ਤੇ ਸਾਨੂੰ ਬਿਨਾਂ ਯੂਰੀਆ ਤੋਂ ਫਸਲਾਂ ਬੀਜੀਆਂ ਪੈ ਜਾਣ, ਝਾੜ ਹੀ ਘਟੂ ਨਾ। ਬੰਦੇ ਦੇ ਢਿੱਡ ਭਰਨ ਵਾਸਤੇ ਅਨਾਜ ਤੇ ਪਾਣੀ 2 ਹੀ ਚੀਜ਼ਾਂ ਚਾਹੀਦੀਆਂ, ਇਹਨਾਂ ਚੀਜ਼ਾਂ ਨਾਲ ਸਾਰਨਾ ਪਊਗਾ। ਜਦੋਂ ਤੱਕ ਸਾਡੇ ਬਜ਼ੁਰਗਾਂ ਨੇ ਬਹੁਤ ਸੰਘਰਸ਼ ਕਰਕੇ ਜ਼ਮੀਨਾਂ ਲਈਆਂ ਸੀ, ਸ਼ਹੀਦੀਆਂ ਦੇ ਕੇ, ਜੰਗਾਂ ਲੜ ਜ਼ਮੀਨਾਂ ਲਈਆਂ ਸੀ, ਤੇ ਅੱਜ ਉਹਨਾਂ ਜ਼ਮੀਨਾਂ ਨੂੰ ਜੇ ਅਸੀਂ ਬਚਾਉਣਾ, ਤੁਹਾਨੂੰ ਲੱਗਦਾ ਬਿਨਾਂ ਕੁਰਬਾਨੀਆਂ ਤੋਂ, ਬਿਨਾਂ ਔਖੇ ਹੋਏ ਜ਼ਮੀਨਾਂ ਬਚ ਜਾਣੀਆਂ?
ਸੋ ਕਿਹੜੇ ਭੁਲੇਖਿਆਂ 'ਚ ਕਿਹੜੇ ਭਰਮਾਂ 'ਚ ਬੈਠੇ ਆ ਅਸੀਂ। ਜਦੋਂ ਤੱਕ ਆਪਦੇ ਅੰਦਰ ਜਜ਼ਬਾ ਨਹੀਂ ਲੈ ਕੇ ਆਵਾਂਗੇ ਅਸੀਂ ਵੀ ਔਖਾ ਹੋਣਾ ਪਊ, ਲੜਨਾ ਪਊ। ਘਰਾਂ 'ਚ ਆ ਵੜੀ ਆ ਲੜਾਈ, ਔਰ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ, ਧਰਮੀ ਬੰਦੇ ਆਪਦਾ ਕੰਮ ਕਿਉਂ ਨਹੀਂ ਕਰ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਇਹ ਤਾਂ ਜ਼ੁਲਮੀ ਕੰਮ ਕਰ ਰਿਹਾ ਨਾ, ਪਰ ਅਸੀਂ ਪਹਿਰਾ ਦੇਣ ਵਾਲੇ ਪਹਿਰਾ ਦੇ ਰਹੇ ਹਾਂ। ਲੈ ਸਾਡੀ ਇਸ਼ਟ ਦੀ ਕੋਈ ਕਰ ਦੂ ਬੇਅਦਬੀ, ਜੇ ਅਸੀਂ ਖੜੇ ਹੋ ਜਾਈਏ ਤਾਂ ਜ਼ਰੂਰਤ ਆ ਕਿਸੇ ਦੀ, ਪਰ ਅਸੀਂ ਆਪਦਾ ਕੰਮ ਨਹੀਂ ਕਰ ਰਹੇ ਬਾਈ ਜੀ। ਗੱਲ ਇੱਥੇ ਆ ਕੇ ਅੜਦੀ ਆ। ਸੋ ਜਵਾਬ ਤਾਂ ਸਾਰਿਆਂ ਨੂੰ ਚਾਹੀਦੇ ਆ, ਪਰ ਅਸੀਂ ਆਉਣੇ ਵੀ ਮੋਰਚਿਆਂ 'ਚ 1.5 2 ਘੰਟੇ ਸੰਘਰਸ਼ ਕਰਨ ਆਉਣੇ ਆ, ਬਸ ਉਸ ਤੋਂ ਬਾਅਦ ਘਰੇ ਜਾਣਾ ਹੁੰਦਾ ਜੀ। ਕੰਮ ਆ, ਕੰਮਕਾਰ ਸਾਰੇ ਆ, ਸਾਰਿਆਂ ਨੂੰ ਆ, ਪਰ ਜੇ ਪੰਜਾਬ ਹੀ ਨਾ ਬਚਿਆ ਕਿਹੜੇ ਕੰਮਕਾਰ ਅਸੀਂ ਫਿਰ ਗੁਲਾਮੀ ਜਿਵੇਂ ਉਹ ਤਾਂ ਫਿਰ ਚਲਾਈ ਜਾਂਦੇ ਆ। ਸੋ ਇਸ ਕਰਕੇ ਅੱਜ ਦਾ ਪਰਪਸ ਜਿਹੜਾ ਸਾਡਾ ਮਕਸਦ ਇਹ ਆ ਵੀ ਪੰਜਾਬ ਦੀ ਆਜ਼ਾਦੀ, ਖੁਦ ਮੁਖਤਿਆਰੀ, ਇਹਨੂੰ ਇਸ ਜਿਹੜੇ ਸਾਡੇ ਨੈਰੇਟਿਵ ਨੂੰ, ਇਸ ਬਿਰਤਾਂਤ ਨੂੰ ਇਸ ਧਰਤੀ 'ਚ ਬੋਈਏ। ਹੁਣ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬੋ ਕੇ ਗਏ ਸੀ, ਅਸੀਂ ਤਾਂ ਡਰੇ ਬੈਠੇ ਆ। ਇਹ ਡਰ ਤਾਂ ਸਾਨੂੰ ਅੰਦਰੋਂ ਸਿੱਟਣਾ ਪਊਗਾ ਕੱਢ ਕੇ, ਔਖਾ ਹੋਣਾ ਪਊ। ਔਖੇ ਹੋਏ ਬਿਨਾਂ ਤਾਂ ਗੱਲ ਹੈ, ਤਾਂ ਸੰਘਰਸ਼ ਸ਼ੁਰੂ ਹੋਣਾ। ਹੁਣ ਤਾਂ ਦੇਖਦੇ ਆ ਕਿਹੜਾ ਖੜਦਾ, ਜਿਹੜਾ ਅਸਲ ਆ ਉਹੀ ਖੜੂ ਇਦੋਂ ਬਾਅਦ, ਕਿਉਂਕਿ ਆ ਕਿਸਾਨ ਜਥੇਬੰਦੀਆਂ ਲਿਆ ਪਰਤਿਆ ਲੈਂਦੇ ਆਪਾਂ ਇਹਨਾਂ ਨੂੰ ਵੀ 26 27 ਨੂੰ ਨਾਲ ਚੱਲਦੇ ਆ, ਦੇਖਦੇ ਆ ਕਿੱਥੋਂ ਤੱਕ ਨਿਭਦੇ ਆ ਇਹ ਪੰਜਾਬ ਨਾਲ। ਪਰ ਚਾਹੀਦਾ ਕੀ ਆ? ਇਹ ਚਾਹੀਦਾ ਇਹ ਆ ਵੀ ਇਹਨਾਂ ਨੂੰ ਟ੍ਰੇਡ ਯੂਨੀਅਨ ਵਾਂਗੂ ਇਹ ਹੁਣ ਐਕਟ ਨਾ ਕਰਨ। ਇਹਨਾਂ ਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ, ਕੱਲੀ ਆਰਥਿਕ ਨਹੀਂ, ਸੱਭਿਆਚਾਰਕ ਪੰਜਾਬ ਦੀ ਹੋਂਦ ਦੀ ਜ਼ਿੰਮੇਵਾਰੀ ਆ। ਤੇ ਜੇ ਵੇਚਣਗੇ, ਮੈਂ ਵਾਅਦਾ ਕਰਦਾ ਤੁਹਾਡੇ ਨਾਲ, ਆਪਾਂ ਬੇਨਕਾਬ ਕਰਾਂਗੇ ਇਹਨਾਂ ਨੂੰ। ਸਾਨੂੰ ਬਹੁਤ ਵੱਡੀ ਲੜਾਈ ਲੜਨੀ ਪੈਣੀ ਹੈ, ਸੋ ਸਾਡੇ ਮੋਢਿਆਂ ਤੇ ਜ਼ਿੰਮੇਵਾਰੀ, ਜਿਵੇਂ ਮੈਂ ਕਿਹਾ, ਬਹੁਤ ਵੱਡੀ ਆ ਇਸ ਟਾਈਮ। ਸੋ ਕੰਮਕਾਰ ਠੀਕ ਆ, ਮੈਂ ਜਿਵੇਂ ਕਿਹਾ ਵੀ ਸਾਰਿਆਂ ਨੂੰ, ਸਾਰੇ ਮੈਨੂੰ ਵੀ ਬੜੇ ਕੰਮਕਾਰ ਆ, ਪਰ ਛੱਡਣੇ ਪੈਣੇ ਆ ਪੰਜਾਬ ਖਾਤਰ। ਜੇ ਪੰਜਾਬ ਦੀ ਧਰਤੀ ਦੇ ਵਫਾਦਾਰ ਹੋ, ਪੰਜਾਬ ਦੇ ਲੋਕਾਂ ਦੇ, ਸਾਡੇ ਸੱਭਿਆਚਾਰ ਦੇ ਵਫਾਦਾਰ ਹੋ, ਸਾਡੇ ਫਲਸਫੇ ਦੇ ਵਫਾਦਾਰ ਹੋ, ਤਾਂ ਛੱਡਣੇ ਪੈਣੇ ਆ। ਫਿਰ ਤਾਂ ਸਾਡਾ ਤਾਂ ਗੁਰੂ ਹੀ ਉਹ ਸੀ। ਕਿਉਂ ਯਾਦ ਆ ਰਿਹਾ ਸੀ ਮੈਨੂੰ ਬੈਠੇ ਨੂੰ? ਕਿਉਂ ਮੈਂ ਕਿਹਾ ਅਸੀਂ ਉਸ ਗੁਰੂ ਦੇ ਪੁੱਤਰ ਹਾਂ? ਕਿਉਂ ਇੱਕ ਮੁਸਲਮਾਨ ਕਵੀ ਮੰਨਿਆ ਪਰਮੰਨਿਆ ਇਹ ਗੱਲ ਕਹਿ ਰਿਹਾ, ਹਰਚੰਦ ਮੇਰੇ ਹਾਥ ਮੇਂ ਪਰਜ਼ੋਰ ਕਲਮ ਹੈ, ਸਤਗੁਰ ਕੇ ਲਿਖੂੰ ਵਸਬ ਕਹਾਂ ਤਾਬੇ ਰਕਮ ਹੈ। ਪੰਥ ਵਸੜੇ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੇ ਮੇਰਾ। ਸੋ ਬਾਈ ਜੀ, ਜਦੋਂ ਤੱਕ ਸਾਡੇ ਅੰਦਰ ਉਹ ਸਿਧਾਂਤ ਨਹੀਂ ਵਸਦਾ ਤੇ ਗੁਰੂ 'ਚ ਭਰੋਸਾ ਨਹੀਂ ਆਉਂਦਾ, ਤੇ ਅਸੀਂ ਕਹੀਏ ਵੀ ਅਸੀਂ ਜੰਗਾਂ ਜਿੱਤ ਲਾਂਗੇ, ਅਸੀਂ ਸੰਘਰਸ਼ ਲੜੀ ਜਾਂਦੇ ਆ ਤੇ ਇੱਥੇ ਆ ਕੇ ਇਕੱਠੇ ਹੋ ਕੇ ਬਹਿ ਗਏ, ਇਹ ਨਹੀਂ ਹੋ ਸਕਦਾ। 18ਵੀਂ ਸਦੀ ਦਾ ਜ਼ਿਕਰ ਬਾਰ-ਬਾਰ ਇਸੇ ਕਰਕੇ ਕਰਦੇ ਆ। ਉਹ ਸਦੀ 'ਚ ਨੀਂਹ ਰੱਖੀ ਗਈ ਸੀ, ਸਾਨੂੰ ਰਾਜ ਉਹਨਾਂ ਸਿੰਘਾਂ ਨੇ ਦਿਵਾਇਆ ਸੀ, ਤੇ ਉਹਨਾਂ ਦੇ ਬਾਰੇ ਤੁਸੀਂ ਪੜ੍ਹ ਕੇ ਦੇਖਿਓ, ਉਹਨਾਂ ਦਾ ਗੁਰੂ ਸਾਹਿਬ 'ਚ ਭਰੋਸਾ ਦੇਖਿਓ। ਕੱਲਾ ਭਰੋਸਾ ਹੀ ਜਿਤਾ ਜਾਂਦਾ ਸੀ, ਨਹੀਂ ਤਾਂ ਆ ਜਿਹੜਾ ਇਤਿਹਾਸ ਮਿੱਥ ਸਿਰਜਤਾ ਨਾ, ਮਿੱਥ ਸਿਰਜਤੇ ਉਹਨਾਂ ਨੇ ਸ਼ਹਾਦਤਾਂ ਦੇ, ਜਿੱਤਾਂ ਦੇ, ਉਸ ਭਰੋਸੇ ਤੋਂ ਬਿਨਾਂ ਨਹੀਂ ਸਿਰਜੇ ਜਾ ਸਕਦੇ। ਸੋ ਮੇਰੀ ਬੇਨਤੀ ਤੇ ਅਰਜ਼ ਇਹੀ ਆ, ਬਹੁਤ ਮੈਂ ਤਾਂ ਦਿਲ ਦੀਆਂ ਗੱਲਾਂ ਕੀਤੀਆਂ ਅੱਜ, ਕੋਈ ਨੈਰੇਟਿਵ ਸੈੱਟ ਨਹੀਂ ਕਰਕੇ ਆਇਆ ਸੀ ਮੈਂ। ਬੇਨਤੀ ਇਹੀ ਆ ਵੀ ਅਸੀਂ ਬੜੀਆਂ ਚੱਕਵੀਆਂ ਗੱਲਾਂ ਤੇ ਖੁਸ਼ ਹੋ ਜਾਂਦੇ ਆ, ਐਂਟਰਟੇਨ ਹੁੰਨੇ ਆ, ਅਸੀਂ ਐਂਟਰਟੇਨ ਹੁੰਨੇ, ਮੈਂ ਵੀ ਹੁੰਨਾ, ਪਰ ਐਟ ਦ ਸੇਮ ਟਾਈਮ ਸਾਨੂੰ ਇਹ ਵੀ ਸੋਚਣਾ ਪਊਗਾ ਹੁਣ ਅਸੀਂ ਕਿਸੇ ਸਾਡੇ ਨੈਰੇਟਿਵ ਦੀ ਖੁਦ ਮੁਖਤਿਆਰ ਹੋਣ ਵਾਸਤੇ ਜੜ ਲਾਉਣੀ ਆ, ਤੇ ਉਹਨੂੰ ਪਾਣੀ ਦੇਣਾ ਪਊਗਾ। ਜੇ ਜੜ ਲੱਗੂਗੀ ਤਾਂ ਹੀ ਉਹਨੂੰ ਪਾਣੀ ਦੇਵਾਂਗੇ, ਉਹਦੀ ਰਾਖੀ ਕਰਾਂਗੇ, ਤੇ ਜ਼ਿੰਮੇਵਾਰੀ ਇਹ ਤੁਹਾਡੇ ਤੇ ਆ, ਇਹ ਤੁਹਾਡੇ ਮੋਢਿਆਂ ਤੇ ਆ ਇਸ ਗੱਲ ਦੀ ਜ਼ਿੰਮੇਵਾਰੀ। ਕੱਲ ਮੈਨੂੰ ਇੱਕ ਡਿਬੇਟ 'ਚ ਪੁੱਛਿਆ, ਕਹਿੰਦਾ 36 ਸਾਲ ਪਹਿਲਾਂ ਖੁਦ ਮੁਖਤਿਆਰੀ ਦੀ ਗੱਲ ਹੋਈ ਸੀ ਤੇ ਅੱਜ ਤੁਸੀਂ ਕਰ ਰਹੇ ਹੋ।
ਉਹ ਕਾਲਾ ਦੌਰ 36 ਸਾਲ ਪੰਜਾਬ ਨੇ ਹੰਡਾਇਆ। ਮੈਂ ਕਿਹਾ ਉਹ ਕਾਲਾ ਦੌਰ ਨਹੀਂ ਸੀ, ਉਹਦਾ ਸੁਨਹਿਰੀ ਦੌਰ ਸੀ। ਇਹਦਾ ਸੋ ਸਰਕਾਰਾਂ ਨੇ ਉਹਨਾਂ ਦੌਰਾਂ ਨੂੰ, ਕਿਉਂਕਿ ਸਰਕਾਰ ਕਿਸੇ ਹੋਰ ਢੰਗ ਨਾਲ ਦੇਖਦੀ ਆ, ਕਿਸੇ ਹੋਰ ਢੰਗ ਨਾਲ ਸੋਚਦੀ ਆ, ਪਰ ਸਾਡੀ ਖਾਤਰ ਜਿਨ੍ਹਾਂ ਨੂੰ ਇਸ ਦਿੱਲੀ ਦੇ ਤਖਤ ਤੋਂ, ਇਸ ਗੁਲਾਮੀ ਤੋਂ ਆਜ਼ਾਦੀ ਚਾਹੀਦੀ ਆ, ਔਰ ਸਾਨੂੰ ਵਿੱਚ ਰਹਿ ਕੇ ਆਜ਼ਾਦੀ ਦਿਓ। ਅਸੀਂ ਇਹ ਨਹੀਂ ਕਹਿ ਰਹੇ ਚਲੋ ਸਾਨੂੰ ਵੱਖ ਕਰ ਦਿਓ, ਪਰ ਜੇ ਤੁਸੀਂ ਨਹੀਂ ਹਟਦੇ ਫਿਰ ਇੱਥੇ ਬੜੇ ਵਹਿਣ ਬਹਿਣੇ ਆ ਹਜੇ ਸੰਘਰਸ਼ ਦੇ। ਇਹ ਅਸੀਂ ਡਰ ਕੇ ਜੇ ਕਹਿ ਤਾਂ ਦਿੰਨੇ ਆ ਵੀ ਸ਼ਾਂਤਮਈ ਸੰਘਰਸ਼ ਕਰਨਾ ਪਊਗਾ, ਸੰਘਰਸ਼ ਦੇ ਬੜੇ ਵਹਿਣ ਬਹਿਣੇ ਆ, ਇਹ ਵੀ ਗੱਲ ਮੈਂ ਦੱਸਦਾ। ਔਰ ਇਹਨਾਂ ਵਹਿਣਾਂ ਚੋਂ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਨਿਕਲ ਜਾਈਏ ਆਪਾਂ। ਸੋ ਜਿਹੜੇ ਸਾਡੇ ਸਿੰਘਾਂ ਨੇ ਉਸ ਵੇਲੇ ਹਥਿਆਰਬੰਦ ਸੰਘਰਸ਼ ਕੀਤਾ ਸੀ, ਉਹ ਵੀ ਸੰਘਰਸ਼ ਦਾ ਇੱਕ ਵਹਿਣ ਹੀ ਆ। ਹਰ ਸੰਘਰਸ਼ ਦਾ ਟੀਚਾ ਕੀ ਹੁੰਦਾ, ਮਕਸਦ ਕੀ ਹੁੰਦਾ, ਵੀ ਸਰਕਾਰ ਨੂੰ ਪੋਲੀਟੀਕਲ ਡਿਪਲੋਮੈਸੀ ਤੇ ਲੈ ਕੇ ਆਈਏ, ਟੇਬਲ ਟਾਕ ਤੇ ਲੈ ਕੇ ਆਈਏ। ਉੱਥੇ ਆ ਕੇ ਅਸੀਂ ਹਮੇਸ਼ਾ ਹੀ ਹਾਰਦੇ ਰਹੇ ਹਾਂ। ਅੱਜ ਵੀ ਉਹ ਬੰਦ ਕਮਰਿਆਂ 'ਚ ਫੈਸਲੇ ਕਰ ਜਾਂਦੇ ਆ। ਲੋਕ ਧਰਨਿਆਂ 'ਚ, ਮੋਰਚਿਆਂ 'ਚ ਬੈਠੇ ਆ, ਕਿਸਾਨ ਬੈਠੇ ਆ ਵਿਚਾਰੇ, ਪਰ ਸੀਐਮ ਨਾਲ ਮੀਟਿੰਗ ਕਰਕੇ ਬਸ ਡਰ ਗਏ। ਇੰਨੇ ਦਿਨਾਂ ਦਾ ਤੁਸੀਂ ਇੱਕ ਪ੍ਰੈਸ਼ਰ ਬਿਲਡ ਕੀਤਾ, ਇਸ ਤੋਂ ਬਾਅਦ ਪ੍ਰੈਸ਼ਰ ਰਹਿ ਕੀ ਗਿਆ? ਹੁਣ ਅਸੀਂ ਕਿਸੇ ਦੇ ਘਰੇ ਚੱਲੇ ਆ, ਤੁਸੀਂ ਵੇਖਿਓ ਪੈਂਤਰੇ ਕੀ ਹੁੰਦੇ ਆ 26-27 ਨੂੰ। ਅੱਬਲ ਤਾਂ ਮੈਨੂੰ ਪਤਾ ਨਹੀਂ ਵੀ ਇਹ ਬੜਕ ਉਦੋਂ ਤੱਕ ਉਹਨਾਂ ਦੀ ਜਾਰੀ ਰਹੂਗੀ ਕਿ ਨਹੀਂ ਰਹੂਗੀ, ਤੇ ਜੇ ਕਿਤੇ ਬੜਕ ਨਾ ਮਾਰੀ ਇਹਨਾਂ ਨੇ, ਉਹ ਤਾਂ ਚੜੇ ਬੈਠੇ ਆ, ਡਰਦਿਆਂ ਨੂੰ ਡਰਾਉਂਦੇ ਆ, ਅਸੀਂ ਡਰੀ ਜਾਂਦੇ ਆ। ਸੋ ਜੇ ਇਸ ਸੰਘਰਸ਼ ਨਾਲ ਵਫਾਦਾਰੀ ਨਿਭਾਉਣੀ ਆ, ਲੋਕਾਂ ਨਾਲ ਵਫਾਦਾਰੀ ਨਿਭਾਉਣੀ ਆ, ਫਿਰ ਤਾਂ ਹੱਲ ਪੱਕੇ ਤੌਰ ਤੇ ਸਾਡੇ ਕੀ ਹੋਣ, ਉੱਥੋਂ ਤੱਕ ਆਉਣਾ ਪਊਗਾ। ਤੇ ਜੇ ਬਰਗਾੜੀ ਵਾਂਗੂ, ਸਰਬੱਤ ਖਾਲਸਾ ਵਾਂਗੂ ਨਿਰਾਸ਼ਤਾ ਹੀ ਪੱਲੇ ਪੈਣੀ ਆ, ਫਿਰ ਲੀਡਰਾਂ ਨੂੰ ਫੜ ਲੈਂਦੇ ਆ ਅਸੀਂ, ਜਾਂ ਫਿਰ ਲੋਕਾਂ 'ਚ ਇਹ ਆ ਜਾਂਦਾ ਵੀ ਯਾਰ ਕੁਛ ਨਹੀਂ ਨਿਕਲਿਆ, ਕਿਉਂਕਿ ਸਾਨੂੰ ਪਤਾ ਹੀ ਨਹੀਂ। ਇਹਦਾ ਫੈਸਲੇ ਬੰਦ ਕਮਰਿਆਂ 'ਚ ਲੈ ਜਾਂਦੇ ਆ, ਨਿਕਲੂਗਾ ਕੀ? ਲੈ ਹੁਣ ਲੈ ਲਿਆ ਫੈਸਲਾ ਵੀ ਠਾ ਦਿਓ, ਟ੍ਰੇਨਾਂ ਚਲਾ ਦਿਓ, ਫਿਰ ਇਹ ਤੋਂ ਬਾਅਦ ਪ੍ਰੈਸ਼ਰ ਪੁਆਇੰਟ ਕੀ ਰਹਿ ਗਿਆ? 26-27, ਤੇ ਉਹ ਵੀ ਕਿਸੇ ਦੇ ਘਰੇ ਵੜਨਾ ਜਾ ਕੇ ਅਸੀਂ। ਔਰ ਸਾਡੇ ਕੋਲੇ ਹੈ ਕੀ? ਉਹਨਾਂ ਕੋਲੇ ਤਾਂ ਬਹੁਤ ਵੱਡੀ ਫੋਰਸ ਆ। ਲੋ ਇੱਥੋਂ CRP ਆ ਰਹੀ ਆ, ਅਸੀਂ ਕਿਸੇ ਨੂੰ ਰੋਕ ਸਕਦੇ ਹਾਂ? ਹਜੇ ਪੱਲੇ ਕੀ ਆ ਸਾਡੇ? ਤੇ ਜੇ ਅਸੀਂ ਆਪਦੇ ਘਰੇ ਕੋਈ ਪ੍ਰੈਸ਼ਰ ਬਿਲਡ ਕੀਤਾ ਹੋਇਆ, ਫਿਰ ਨੁਕਸਾਨ ਝੱਲਣੇ ਪੈਣਗੇ, ਔਖਾ ਹੋਣਾ ਪਊ। ਇਹੀ ਤਾਂ ਗੇਮ ਆ, ਹੂ ਬਲਿੰਕਸ ਫਸਟ। ਜਿੰਨੀਆਂ ਕੁ ਰੂਹਾਂ ਇੱਥੇ ਬੈਠੀਆਂ, ਜਿੰਨੀਆਂ ਕੁ ਰੂਹਾਂ ਮੇਰੀ ਗੱਲ ਸੁਣ ਰਹੀਆਂ, ਜੇ ਸਹਿਮਤ ਆ ਤਾਂ ਬੜੀ ਵੱਡੀ ਜ਼ਿੰਮੇਵਾਰੀ ਲਈ ਬੈਠੇ ਹਾਂ ਅਸੀਂ, ਔਰ ਨਿਭਾਉਣੀ ਵੀ ਪਊਗੀ। ਕਿਉਂ? ਇਹ ਨਾ ਸੋਚਿਓ ਵੀ ਇਸ ਸੰਘਰਸ਼ ਤੋਂ ਬਾਅਦ ਹੀ ਸਾਨੂੰ ਸਿੱਟੇ ਮਿਲ ਜਾਣਗੇ। ਇੱਕ ਲਹਿਰ ਆ ਪੰਜਾਬ ਕੋਲੇ, ਅਹਿਸਾਸ ਇਹ ਹੋ ਗਿਆ ਵੀ ਦਿੱਲੀ ਸਾਡੀ ਦੁਸ਼ਮਣ ਆ, ਸਾਰੇ ਪੰਜਾਬ ਨੂੰ ਅਹਿਸਾਸ ਹੋ ਗਿਆ, ਔਰ ਖੁਦ ਮੁਖਤਿਆਰ ਹੋਏ ਬਿਨਾਂ ਸਾਨੂੰ ਹੱਲ ਨਹੀਂ ਮਿਲਣੇ। ਔਰ ਅਗਲੀਆਂ ਲਹਿਰਾਂ ਨੇ, ਅਗਲੇ ਸੰਘਰਸ਼ਾਂ ਨੇ ਇਸ ਆਧਾਰ ਤੇ ਹੀ ਪੈਦਾ ਹੋਣਾ ਹੁੰਦਾ। ਪਰ ਇਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਅਸੀਂ ਐਡੇ ਜੋਗੇ ਹੈਗੇ ਆ, ਸੰਘਰਸ਼ ਵੀ ਪੈਦਾ ਕਰ ਲਈਏ ਤੇ ਲਹਿਰਾਂ ਪੈਦਾ ਹੋ ਜਾਣ? ਸੋ ਗੱਲ ਅਖੀਰਲੀ ਲੜਾਈ ਦੀ ਆ, ਆਖਰੀ ਪੜਾਅ 'ਚ ਆ ਅਸੀਂ। ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਡਿਸਾਈਡ ਤੁਸੀਂ ਕਰਨਾ। ਇਹ ਦੀਪ ਸਿੱਧੂ ਦਾ ਮੋਰਚਾ ਨਹੀਂ ਆ, ਮੇਰੀ ਕੋਈ ਅਗਵਾਈ ਨਹੀਂ ਆ। ਓਟ ਆਸਰਾ ਸ਼੍ਰੀ ਗੁਰੂ ਨਾਨਕ ਸਾਹਿਬ ਦਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਸਤਿ ਸ੍ਰੀ ਅਕਾਲ। ਅਗਵਾਈ ਅਕਾਲ ਪੁਰਖ ਵਾਹਿਗੁਰੂ ਦੀ ਆ, ਤੇ ਲੜਾਈ ਸਾਡੀ ਸਾਂਝੀ ਆ। ਫੈਸਲਾ ਤੁਸੀਂ ਕਰਨਾ, ਇਹ ਜ਼ਿੰਮੇਵਾਰੀ ਚੱਕੋਗੇ ਮੋਢਿਆਂ ਤੇ ਕਿ ਨਹੀਂ, ਕਿ ਡਰ ਨੂੰ ਆਪਦੇ ਅੰਦਰ ਪਾਲ ਕੇ ਰੱਖੋਗੇ ਹਜੇ? ਪੰਜਾਬ ਇਹ ਖਿੱਤਾ ਸਤਿ ਸ੍ਰੀ ਅਕਾਲ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ।
ਸਾਡੀ ਅਧੀਨਗੀ ਸਾਡੇ ਅਕਾਲ ਤਖਤ ਸਾਹਿਬ ਨੂੰ ਆ। ਅਕਾਲ ਦਾ ਤਖਤ ਆ ਉਹ। ਅਸੀਂ ਖੁਦਮੁਖਤਿਆਰ ਹੋਏ ਬਿਨਾ ਕਿਸੇ ਦਿੱਲੀ ਵਾਲੇ ਤਖਤ ਦੀ ਅਧੀਨਗੀ ਨਹੀਂ ਮੰਨਦੇ। ਜੇ ਸਾਨੂੰ ਪਿਆਰ ਨਾਲ ਇਹ ਗੱਲ ਉਹਨਾਂ ਦੇ ਪੱਲੇ ਪੈਂਦੀ ਆ ਤਾਂ ਬਹੁਤ ਵਧੀਆ ਗੱਲ ਆ। ਅਦਰਵਾਈਜ਼ ਸੰਘਰਸ਼ੀਓ ਤੇ ਆ ਸਾਰੀਆਂ ਰੂਹਾਂ ਨੂੰ ਮੇਰੀ ਇੱਕ ਬੇਨਤੀ ਆ ਵੀ ਬੜੀ ਵੱਡੀ ਜ਼ਿੰਮੇਵਾਰੀ ਆ, ਨਿਭਾਉਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।